Good morning, student. So today is 17th November, on day Tuesday. So मैं last day बेटा last days ਚ मैं एक new chapter ਸ਼ੁਰੂ ਕੀਤਾ ਸੀ that is pollution of air and water. So ਅਸੀਂ ਇਹਨੂੰ ਹੀ further reading start ਕਰਦੇ ਹਾਂ. Page number is 242. Greenhouse effect. So what do you mean by greenhouse effect? You know that the sun rays warm the earth's surface. ਸਾਨੂੰ ਵੀ ਪਤਾ ਹੈ ਕਿ ਸੂਰਜ ਦੀ ਕਿਰਨਾਂ ਕਰਕੇ ਰੇਜ਼ ਮਤਲਬ ਕਿਰਨਾਂ ਕਰਕੇ ਅਰਥ ਦਾ ਜੋ ਸਰਫੇਸ ਆ ਉਹ ਵਾਰਮ ਹੁੰਦਾ ਹੈ, ਗਰਮ ਹੁੰਦਾ ਹੈ. ਸੋ ਅ ਪਾਰਟ ਆਫ ਰੇਡੀਏਸ਼ਨ ਦੈਟ ਫਾਲਸ ਔਨ ਦਾ ਅਰਥ ਇਜ਼ ਅਬਜ਼ਰਵਡ ਬਾਈ ਇਟ. ਕਿਉਂ ਉਹ ਵਾਰਮ ਹੁੰਦਾ ਹੈ? ਬਿਕੋਜ਼ ਜਿੰਨਾ ਵੀ ਅਰਥ ਸਰਫੇਸ ਤੇ ਸਨ ਦੀ ਰੇਜ਼ ਆਉਂਦੀਆਂ ਨੇ, ਠੀਕ ਹੈ, ਉਹ ਰੇਜ਼ ਨੂੰ ਅਰਥ ਕੀ ਕਰ ਲੈਂਦੀ ਆ? ਅਬਜ਼ਰਵ ਕਰ ਲੈਂਦੀ ਹੈ, ਜਿਹਦੇ ਕਰਕੇ ਉਹਦਾ ਟੈਂਪਰੇਚਰ ਹਾਈ ਹੋ ਜਾਂਦਾ ਹੈ. ਐਂਡ ਅ ਪਾਰਟ ਕੁਛ ਰੇਜ਼ ਅਬਜ਼ਰਵ ਕਰਦੀ ਹੈ, ਕੁਛ ਰੇਜ਼ ਉਹ ਰਿਫਲੈਕਟ ਕਰਦੀ ਹੈ. ਸੋ ਜਦੋਂ ਅਸੀਂ 7th ਕਲਾਸ 'ਚ ਸੀ, ਅਸੀਂ ਇੱਕ ਚੈਪਟਰ ਪੜ੍ਹਿਆ ਸੀ ਲਾਈਟ, ਜਿਹਦੇ ਵਿੱਚ ਅਸੀਂ ਰਿਫਲੈਕਸ਼ਨ ਦਾ ਮੀਨਿੰਗ ਦੇਖਿਆ ਸੀ. ਰਿਫਲੈਕਟਡ ਮਤਲਬ ਕਿ ਜਦੋਂ ਕੋਈ ਰੇ ਆ, ਇੱਕ ਸਰਫੇਸ ਆ, ਰੇ ਆਈ, ਠੀਕ ਹੈ, ਟਕਰਾਈ ਐਂਡ ਦੈਨ ਗੋ ਬੈਕ ਇਨ ਦ ਸੇਮ ਪਲੇਨ. ਸੋ ਆਈ ਰੇਜ਼, ठीक है, and then strike on the surface and after that bounce back. ठीक है. So reflect कहने कुछ rays वो observe कर लेंदा है, अर्थ observe कर लेंदी. मान लो ये अर्थ दा surface आ, कुछ rays वो observe कर लेंदी है, कुछ rays वो reflect कर देंदी आ. A part of reflected radiation is trapped by the atmosphere. So जो part reflected जो reflected radiation ਹੋਈ ਆ ਉਹ ਕੌਣ trap ਕਰਦਾ ਹੈ? Atmosphere. ਮੰਨ ਲਓ ਇੱਥੇ atmosphere ਆ, ਸੋ ਇਹ ਜੋ reflected ray ਆ ਇਹਨੂੰ ਕੌਣ trap ਕਰ ਲੈਂਦਾ ਹੈ? ਇਹ atmosphere. So the trapped radiation further warm the earth. So ਇਹ ਜਿਹੜੀ trapped radiation ਆ, because atmosphere surroundings ਚ ਹੈਗਾ ਹੈ, ਸੋ ਅਗਰ ਇਹ trap ਕਰਦਾ ਹੈ ਇਹਦੇ ਨਾਲ ਵੀ ਅਰਥ ਦਾ ਟੈਂਪਰੇਚਰ ਹਾਈ ਹੀ ਹੋਏਗਾ. ठीक है. So if you have seen a greenhouse in a nursery or elsewhere, recall that the sun heat is allowed to get in but it not allowed to go out. ਸੋ ਤੁਸੀਂ ਕਈ ਜੋ ਤੁਸੀਂ ਜਾਣਦੇ ਹੋ, ਤੁਸੀਂ ਰਾਸਤੇ 'ਚ ਕਿਤੇ ਵੀ ਗ੍ਰੀਨ ਹਾਊਸ ਪਲਾਂਟ ਲੱਗੇ ਦੇਖੇ ਹੋਣਗੇ, ਜੋ ਕਿ ਇਸ ਤਰ੍ਹਾਂ ਸ਼ੈਲਟਰ ਪਿਆ ਹੁੰਦਾ ਹੈ. ਉਹਦਾ ਮਤਲਬ ਕੀ ਹੁੰਦਾ ਹੈ ਬੇਟਾ? ਕਿ ਉਹ ਵੀ ਇੱਕ ਸ਼ੈਲਟਰ ਹੁੰਦੀ ਆ ਜਿਹਦੇ ਵਿੱਚ ਸਨ ਦੀ ਰੇਜ਼ ਅੰਦਰ ਆ ਸਕਦੀ ਆ ਬਟ ਉਹਨੂੰ ਬਾਹਰ ਨਹੀਂ ਜਾਣ ਦਿੰਦੀ. ਸੋ ਟ੍ਰੈਪਿੰਗ ਆਫ ਦਾ ਹੀਟ ਰੇਡੀਏਸ਼ਨ ਫॉर ਵਾਰਮਿੰਗ ਦਾ ਟੈਂਪਰੇਚਰ ਆਫ ਦਾ ਅਰਥ, that is called as greenhouse effect. So without this process life would not have been possible on the earth. So ਇਹ ਤੋਂ ਬਿਨਾ ਲਾਈਫ ਪੋਸੀਬਲ ਨਹੀਂ ਹੈਗੀ ਅਰਥ ਤੇ, but now it threatens life. ਹੁਣ ਇਹ ਜੋ ਰੇਡੀਏਸ਼ਨ ਜ਼ਿਆਦਾ ਹੋ ਰਹੀ ਆ, ਜਿਹਦੇ ਕਰਕੇ ਅਰਥ ਟੈਂਪਰੇਚਰ ਬਹੁਤ ਹੀ ਓਵਰ ਹਾਈ ਹੋ ਰਿਹਾ ਹੈ, ਜਿਹਦੇ ਕਰਕੇ ਲਾਈਫ ਨੂੰ ਇੱਕ ਥ੍ਰੈਟ ਆ ਰਿਹਾ ਹੈ. ਸੋ ਐਕਸੈਸ CO2 is one of the gases responsible for this effect. ਸੋ CO2 ਦਾ ਜ਼ਿਆਦਾ ਹੋਣਾ ਇੱਕ ਕਾਰਨ ਆ, ਠੀਕ ਹੈ, ਗ੍ਰੀਨ ਹਾਊਸ ਅਫੈਕਟ ਨਾਲ ਜੋ ਪ੍ਰੋਬਲਮਸ ਹੋ ਰਹੀਆਂ ਨੇ. ਸੋ CO2 ਵੀ ਸਾਡੇ ਜੋ ਹਵਾ ਦੇ ਵਿੱਚ ਹੈ, ਏਅਰ ਦੇ ਵਿੱਚ ਹੈ, ਜਦੋਂ ਇਹਦੀ ਮਾਤਰਾ ਇਨਕਰੀਜ਼ ਹੋ ਰਹੀ ਹੈ ਬਿਕੋਜ਼ ਪਲਾਂਟਸ ਹੈ. ਅਗਰ ਅਰਥ ਤੇ ਪਲਾਂਟਸ ਹੀ ਨਾ ਰਹਿਣਗੇ ਤਾਂ CO2 ਕੌਣ ਕੰਜ਼ਿਊਮ ਕਰੂਗਾ? ਬਿਕੋਜ਼ CO2 ਨੂੰ ਕੌਣ ਯੂਟਿਲਾਈਜ਼ ਕਰ ਰਿਹਾ ਹੈ? ਪਲਾਂਟਸ ਯੂਟਿਲਾਈਜ਼ ਕਰ ਰਿਹਾ. ਸਾਡੇ ਲਈ ਉਹ ਟੌਕਸਿਕ ਆ, ਉਹ ਪਲਾਂਟਸ ਯੂਜ਼ ਕਰ ਰਿਹਾ. ਸੋ ਜਦੋਂ ਪਲਾਂਟਸ ਯੂਜ਼ ਕਰਦੇ, ਬਟ ਇਫ ਦੇयर ਇਜ਼ ਅ excess of CO2 in the air, it acts as a pollutant. ਜਦੋਂ ਇਹ ਏਅਰ ਦੇ ਵਿੱਚ ਵੱਧ ਜਾਂਦੀ ਹੈ, ਕਾਹਦਾ ਕੰਮ ਕਰਦੀ ਆ? ਪੋਲੂਟੈਂਟ ਦਾ. ਸੋ ਕਹਿੰਦੇ ਆ ਕਿ CO2 is continuously being released because of human activities. CO2 ਕੰਟੀਨਿਊਸਲੀ ਕਿਉਂ ਰਿਲੀਜ਼ ਹੁੰਦੀ ਆ? ਹਿਊਮਨ ਐਕਟੀਵਿਟੀਜ਼ ਕਰਕੇ, ਠੀਕ ਹੈ, ਹਿਊਮਨ ਦੀ ਐਕਟੀਵਿਟੀਜ਼ ਕਰਕੇ CO2 ਰਿਲੀਜ਼ ਹੋ ਰਹੀ ਆ. ਸੋ ਇਹਨੂੰ ਰਿਡਿਊਸ ਨਹੀਂ ਕੀਤਾ ਜਾ ਰਿਹਾ ਬਿਕੋਜ਼ ਬਹੁਤ ਹੀ ਜ਼ਿਆਦਾ ਡੀਫੋਰੈਸਟੇਸ਼ਨ ਹੋਈ ਆ. ਡੀਫੋਰੈਸਟੇਸ਼ਨ ਮਤਲਬ ਟਰੀਜ਼ ਦਾ ਕੱਟਣਾ. ਸੋ ਕਾਫੀ ਜ਼ਿਆਦਾ ਟਰੀਜ਼ ਕੱਟਣ ਕਰਕੇ ਇਹ ਏਅਰ 'ਚ ਖਤਮ ਨਹੀਂ ਹੋ ਰਹੀ, ਔਰ CO2 ਵੀ ਸਾਡੇ ਅਰਥ ਦਾ ਟੈਂਪਰੇਚਰ ਇਨਕਰੀਜ਼ ਕਰਦਾ. ਸੋ ਜਿਹਦੇ ਕਰਕੇ ਕੀ ਹੋ ਰਿਹਾ ਵਾ? ਗਲੋਬਲ ਵਾਰਮਿੰਗ ਹੋ ਰਹੀ ਆ, ਬਹੁਤ ਹੀ ਜ਼ਿਆਦਾ ਅਰਥ ਦਾ ਟੈਂਪਰੇਚਰ ਰਾਈਜ਼ ਕਰ ਰਿਹਾ ਹੈ, ਠੀਕ ਹੈ. ਸੋ ਹੋਰ ਕਿਹੜੀ ਗੈਸਿਸ ਆ? ਮਿਥੇਨ, ਨਾਈਟਰਸ ਆਕਸਾਈਡ, ਵਾਟਰ ਵੇਪਰਸ ਜੋ ਕੰਟਰੀਬਿਊਟ ਕਰਦੇ ਆ. ਸੋ ਇਹਨਾਂ ਨੂੰ ਗ੍ਰੀਨ ਹਾਊਸ ਗੈਸਿਸ ਵੀ ਬੋਲਿਆ ਜਾਂਦਾ ਹੈ. Now what can be done? ਅਸੀਂ ਇਹਨੂੰ ਰੋਕਣ ਲਈ ਕੀ ਕਰ ਸਕਦੇ ਹਾਂ ਪੋਲੂਸ਼ਨ ਨੂੰ ਰਿਡਿਊਸ ਕਰਨ ਲਈ? There are many success stories in our fight against air pollution. So ਬਹੁਤ ਹੀ air pollution ਲੈ ਕੇ ਬਹੁਤ ਜ਼ਿਆਦਾ stories ਨੇ. For example, a few years ago, Delhi was one of the most polluted city in the world. ਇੱਕ ਟਾਈਮ ਤੇ ਦਿੱਲੀ ਬਹੁਤ ਜ਼ਿਆਦਾ polluted city ਹੀ ਵਰਲਡ ਦੀ. It was being choked by fumes released from automobiles running on diesel. So ਜੋ ਵੀ ਉੱਥੇ
ਮਤਲਬ ਆਟੋਮੋਬਾਈਲਸ ਚੱਲ ਰਹੇ ਸੀ ਲਾਈਕ ਜੋ ਡੀਜ਼ਲ ਐਂਡ ਪੈਟਰੋਲ ਤੇ ਚੱਲ ਰਹੇ ਸੀ, ਉਹਦੇ ਚ ਜੋ ਪੋਲੂਸ਼ਨ ਕ੍ਰੀਏਟ ਹੋ ਰਿਹਾ ਸੀ ਉਹਦੇ ਕਰਕੇ, ਸੋ ਡਿਸੀਜਨ ਵਾਸ ਟੇਕਨ ਟੂ ਸਵਿਚ ਟੂ ਫਿਊਲ ਵਿਦ CNG। ਸੋ ਉਹਨਾਂ ਨੇ ਕਿਹਾ ਕਿ ਜੋ ਇਹ ਪੈਟਰੋਲ ਡੀਜ਼ਲ ਦੀ ਜਗ੍ਹਾ ਕੀ ਯੂਜ਼ ਕੀਤਾ ਜਾਵੇ, CNG ਕਾਰਸ ਐਂਡ CNG ਦੇ ਚੱਲਣ ਵਾਲੇ ਵਾਹੀਕਲਸ। ਸੋ CNG is a gas, compressed natural gas, unleaded petrol. So these measures have resulted in cleaner air for the city. So ये use करके वो city नु clean कर पाए। So you might know of some other example from your area regarding reduction of air pollution. So share these with your friends, ठीक है। So the quality of air at various location is monitored regularly by government and other agencies. So ਇਹ quality of air ਹਰ ਵਾਰ ਚੈੱਕ ਕੀਤੀ ਜਾਂਦੀ ਹੈ ਕਿਹਦੇ ਰਾਹੀਂ, ਜੋ ਗਵਰਨਮੈਂਟ ਦੇ ਏਜੰਟਸ ਹੈਗੇ ਨੇ, ਏਜੰਸੀਜ਼ ਹੈਗੀਆਂ ਨੇ। ਸੋ ਵੀ ਕੈਨ ਯੂਜ਼ ਦਾ ਡਾਟਾ ਟੂ ਜਨਰੇਟ ਅਵੇਅਰਨੈਸ ਅਬਾਊਟ ਏਅਰ pollution among friends and neighbors, ਠੀਕ ਆ। ਅਵੇਅਰਨੈਸ ਕ੍ਰੀਏਟ ਤੁਸੀਂ ਮਤਲਬ ਜਨਰੇਟ ਕਰਨੀ ਚਾਹੀਦੀ ਹੈ ਇਸ ਏਅਰ ਪੋਲੂਸ਼ਨ ਨੂੰ ਲੈ ਕੇ ਆਪਣੇ ਫਰੈਂਡਸ ਐਂਡ ਨੇਬਰਸ। ਸੋ ਦੇयर इज ਨੀਡ ਟੂ ਸਵਿਚ ਓਵਰ ਟੂ ਅਲਟਰਨੇਟਿਵ ਫਿਊਲ। ਸੋ ਡੀਜ਼ਲ ਪੈਟਰੋਲ ਦੀ ਜਗ੍ਹਾ ਸਾਨੂੰ ਅਦਰ ਫਿਊਲਸ, ਫੋਸਿਲ ਫਿਊਲਸ ਵੀ ਅਸੀਂ ਸੋਲਰ ਐਨਰਜੀ ਲਾਈਕ ਹਾਈਡਰੋ ਪਾਵਰ, ਵਿੰਡ ਐਨਰਜੀ, ਇਹਨਾਂ ਨੂੰ ਅਸੀਂ ਯੂਟਿਲਾਈਜ਼ ਸਾਨੂੰ ਕਰਨਾ ਚਾਹੀਦਾ ਹੈ, ਠੀਕ ਹੈ। ਸੋ ਦਿਸ ਇਜ਼ ਅਬਾਊਟ ਦ ਏਅਰ ਪੋਲੂਸ਼ਨ। ਇਨ ਦਾ ਨੈਕਸਟ ਕਲਾਸ ਵੀ ਆਰ ਡਿਸਕਸ ਅਬਾਊਟ ਦ ਵਾਟਰ ਪੋਲੂਸ਼ਨ। ਥੈਂਕ ਯੂ।